ਪ੍ਰਧਾਨ ਜੀ ਦੀਵਾਲੀ ਤੋਂ ਪਹਿਲਾਂ ਗੱਲ ਸਾਹਮਣੇ ਆ ਰਹੀ ਸੀ ਕਿ ਕੇਂਦਰ ਸਰਕਾਰ ਕੋਈ ਮਸਲੇ ਨੂੰ ਹੱਲ ਕਰਨ ਵਾਸਤੇ ਕੋਈ ਤਿਆਰ ਕਰ ਰਹੀ ਹੈ, ਸਿਸਟਮ ਬਣਾ ਰਹੀ ਹੈ। ਉਹ ਮੇਰਾ ਖਿਆਲ ਹੈ ਸਾਡੇ ਨਾਲ ਕਿਤੇ ਸਰਕਾਰ ਦੀ ਕੋਈ ਗੱਲ ਨਹੀਂ ਹੋਈ, ਕਿਸੇ ਕੋਈ ਅਧਿਕਾਰੀ ਨਾਲ ਗੱਲ ਨਹੀਂ ਹੋਈ, ਲੇਕਿਨ ਉਹ ਚੈਨਲਾਂ ਕੋਲੇ ਗੱਲ ਚਲੀ ਗਈ। ਇਹ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਇੱਕ ਬੀਜੇਪੀ ਦਾ ਜਾਂ ਬੀਜੇਪੀ ਦੇ ਇਹ ਕਹਿ ਲਈਏ ਹਿੱਸਿਆਂ, ਜਿਹਨੂੰ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਤੌਰ ਤੇ ਵੀ ਕਹਿ ਸਕਦੇ ਹਾਂ, ਇਹਨਾਂ ਦੀ ਇੱਕ ਸਾਜ਼ਿਸ਼ ਸੀ, ਇਹਨਾਂ ਦੀ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਕਮਜ਼ੋਰ ਕੀਤਾ। ਲੋਕਾਂ ਦੇ ਸਾਹਮਣੇ ਗੱਲ ਆਏਗੀ ਕਿ ਪ੍ਰਪੋਜ਼ਲ ਆਈ ਹੈ, ਕੀ ਆਈ ਪ੍ਰਪੋਜ਼ਲ, ਔਰ ਉਹਦੇ ਤੇ ਕੀ ਅਸੀਂ ਸਹਿਮਤ ਹਾਂ ਜਾਂ ਅਸਹਿਮਤ ਹਾਂ। ਅਸੀਂ ਮੰਨ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੀ ਬੀ ਟੀਮ ਹੈ। ਐਵੇਂ ਦਾ ਮੈਨੂੰ ਐਂ ਲੱਗਦਾ ਵੀ ਵਿਧਾਨ ਸਭਾ ਸੈਸ਼ਨ ਤਾਂ ਪਹਿਲਾਂ ਕੈਪਟਨ ਸਾਹਿਬ ਨੇ ਵੀ ਬੁਲਾਇਆ ਸੀ, ਜਦੋਂ ਕਿਤੇ ਨਾ ਕਿਤੇ ਉਹ ਮੁੱਖ ਮੰਤਰੀ ਸਨ, ਉਹਨਾਂ ਨੇ ਵੀ ਕਿਹਾ ਸੀ ਵੀ ਪੰਜਾਬ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਤੇ ਜੀ, ਇੱਥੇ ਲਾਗੂ ਨਹੀਂ ਹੋਣੇ ਦੇਣੇ। ਉਹੀ ਗੱਲ ਹੈ ਨਾ ਜੀ, ਉਹੀ ਗੱਲ ਹੁਣ ਉੱਥੇ ਤੱਕ ਤਾਂ ਰੱਦ ਨਹੀਂ ਹੋਣੇ, ਇੱਥੇ ਕਹਿ ਦਿੱਤਾ ਵੀ 25 ਕੁਇੰਟਲ ਤੋਂ ਵੱਧ ਝੋਨਾ ਨਹੀਂ ਖਰੀਦਣਾ, ਕਾਨੂੰਨ ਉਹੀ ਲਾਗੂ ਹੋ ਰਹੇ ਨੇ ਵਿੰਗੇ ਟੇਢੇ ਢੰਗ ਨਾਲ। ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੁੰਦੀਆਂ ਕਿ ਕਿਸੇ ਵੀ ਕੀਮਤ ਦੇ ਉੱਤੇ ਕਿਸਾਨ ਇਹ ਅੰਦੋਲਨ ਜਿੱਤ ਨਾ ਜਾਣ। ਅਗਰ ਕਿਸਾਨ ਇਹ ਅੰਦੋਲਨ ਜਿੱਤਣਗੇ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਦਾ ਜਿਹੜਾ ਭਵਿੱਖ ਹੈ ਉਹ ਫਿਰ ਕਿਤੇ ਨਾ ਕਿਤੇ ਮਤਲਬ ਧੁੰਦਲਾ ਨਜ਼ਰ ਆਉਂਦਾ ਹੈ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਕਿਸਾਨ ਜਥੇਬੰਦੀਆਂ ਦੇ ਧਰਨੇ ਪ੍ਰਦਰਸ਼ਨ ਦਿੱਲੀ ਬਾਰਡਰਾਂ ਤੇ ਲਗਾਤਾਰ ਜਾਰੀ ਨੇ, ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ। ਪਿਛਲੇ 1 ਸਾਲ ਤੋਂ ਪੱਕੇ ਧਰਨੇ ਚੱਲਦੇ ਨੇ। ਉਹ ਪੰਜਾਬ 'ਚ ਦੇਖੀਏ ਕਿ ਟੋਲ ਪਲਾਜ਼ੇ ਵੀ ਘੇਰੇ ਹੋਏ ਨੇ, ਲਗਾਤਾਰ ਪ੍ਰਦਰਸ਼ਨ ਹੁੰਦੇ ਆ ਰਹੇ ਨੇ। ਇੱਕ ਦੀਵਾਲੀ ਤੋਂ ਪਹਿਲਾਂ ਗੱਲ ਸਾਹਮਣੇ ਆ ਰਹੀ ਸੀ ਕਿ ਕੇਂਦਰ ਸਰਕਾਰ ਦੀਵਾਲੀ ਤੋਂ ਪਹਿਲਾਂ ਕੋਈ ਖੁਸ਼ਖਬਰੀ ਦੇ ਸਕਦੀ ਆ, ਕਿਉਂਕਿ ਕਿਸਾਨਾਂ ਦੇ ਮਸਲੇ ਹੱਲ ਕਰ ਸਕਦੀ ਹੈ, ਸਾਹਮਣੇ ਆ ਰਹੀ ਸੀ। ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਸੀ ਕਿ ਦੀਵਾਲੀ ਦੇ ਏੜ-ਗੇੜ ਯਾਨੀ ਕਿ ਨਜ਼ਦੀਕ ਵੀ ਦੀਵਾਲੀ ਤੋਂ ਬਾਅਦ ਵੀ ਕੇਂਦਰ ਸਰਕਾਰ ਕੋਈ ਫਾਰਮੂਲਾ ਤਿਆਰ ਕਰ ਰਹੀ ਆ, ਜਿਸ ਨਾਲ ਕਿਸਾਨਾਂ ਦੇ ਮਸਲੇ ਹੱਲ ਹੋਣਗੇ। ਸੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਮੌਜੂਦ ਨੇ, ਜੋ ਅੱਜ ਭਵਾਨੀਗੜ੍ਹ ਹਲਕੇ 'ਚ ਪਹੁੰਚੇ ਨੇ, ਬਲਾਕ ਭਵਾਨੀਗੜ੍ਹ 'ਚ ਪਹੁੰਚੇ ਨੇ। ਸੋ ਸਾਡੇ ਨਾਲ ਮੌਜੂਦ ਨੇ। ਪ੍ਰਧਾਨ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ ਆਪ ਜੀ ਦਾ। ਪ੍ਰਧਾਨ ਜੀ, ਦੀਵਾਲੀ ਤੋਂ ਪਹਿਲਾਂ ਗੱਲ ਸਾਹਮਣੇ ਆ ਰਹੀ ਸੀ ਕਿ ਕੇਂਦਰ ਸਰਕਾਰ ਕੋਈ ਮਸਲੇ ਨੂੰ ਹੱਲ ਕਰਨ ਵਾਸਤੇ ਕੋਈ ਤਿਆਰ ਕਰ ਰਹੀ ਹੈ, ਸਿਸਟਮ ਬਣਾ ਰਹੀ ਹੈ। ਕੀ ਲੱਗਦਾ ਤੁਹਾਨੂੰ, ਜੋ ਗੱਲ ਸਾਹਮਣੇ ਤੁਸੀਂ ਵੀ ਸੁਣੀ ਹੋਣੀ ਉਹ ਗੱਲ? ਦੇਖੋ, ਜਿਹੜੀ ਉਹ ਗੱਲ ਸੀ ਨਾ, ਉਹ ਮੇਰਾ ਖਿਆਲ ਹੈ ਸਾਡੇ ਨਾਲ ਕਿਤੇ ਸਰਕਾਰ ਦੀ ਕੋਈ ਗੱਲ ਨਹੀਂ ਹੋਈ, ਕਿਸੇ ਕੋਈ ਅਧਿਕਾਰੀ ਨਾਲ ਗੱਲ ਨਹੀਂ ਹੋਈ, ਲੇਕਿਨ ਉਹ ਚੈਨਲਾਂ ਕੋਲੇ ਗੱਲ ਚਲੀ ਗਈ। ਹੁਣ ਇਹਨੂੰ ਜੇਕਰ ਤੁਸੀਂ ਬਰੀਕੀ ਦੇ ਵਿੱਚ ਧਿਆਨ ਨਾਲ ਦੇਖੋਗੇ ਤਾਂ ਐਨ ਉਹਨਾਂ ਦਿਨਾਂ ਦੇ ਵਿੱਚ ਇੱਕ ਇਹ ਪ੍ਰਚਾਰ ਚੱਲਿਆ ਕਿ ਕੈਪਟਨ ਅਮਰਿੰਦਰ ਸਿੰਘ ਇਹਦੇ ਵਿੱਚ ਪੈ ਕੇ ਮਸਲੇ ਦਾ ਮਤਲਬ ਹੱਲ ਕਰਵਾ ਸਕਦਾ ਹੈ। ਇਦੋਂ ਹੁਣ ਨਿਗਾਹ ਮਗਰਲੇ ਪਾਸੇ ਲੈ ਕੇ ਜਾਈਏ, 1.5 ਸਾਲ ਪਹਿਲਾਂ ਵੀ ਇੱਕ ਚਰਚਾ ਚੱਲੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਭਾਜਪਾ ਸ਼ਾਮਲ ਹੋ ਸਕਦਾ ਹੈ। ਹੁਣ ਉਹਨੇ ਜਮਾਂ ਕਲੀਅਰ ਕਰਤਾ ਕਿ ਪਾਰਟੀ ਵੀ ਬਣਾ ਲਈ ਤੇ ਇਹ ਵੀ ਕਹਿਤਾ ਕਿ ਅਸੀਂ ਕਾਨੂੰਨਾਂ ਦੇ ਮਸਲੇ ਹੱਲ ਕਰਾਊਂਗਾ, ਹੱਲ ਕਰਵਾ ਕੇ ਤੇ ਅਸੀਂ ਬੀਜੇਪੀ ਦੇ ਨਾਲ ਸਾਂਝਾ ਗੱਠਜੋੜ ਕਰਕੇ ਇਲੈਕਸ਼ਨ ਲੜਾਂਗੇ। ਜੋ ਨੀਅਤ ਸੀ ਲਗਾਤਾਰ ਚੱਲਿਆ ਰਿਹਾ, ਜਿਹੜੇ ਲੋਕਾਂ ਦੇ ਅੰਦਾਜ਼ੇ ਅਨੁਮਾਨ ਸੀ, ਉਹ ਇੱਥੇ ਆ ਕੇ ਬਿਲਕੁਲ ਸਾਫ਼ ਕਲੀਅਰ ਹੋ ਗਏ। ਹੁਣ ਉਹਨਾਂ ਦਿਨਾਂ ਦੇ ਵਿੱਚ ਇਹ ਖਬਰ ਦਾ ਚੱਲਣਾ ਕਿ ਕਾਨੂੰਨ ਰੱਦ ਹੋ ਸਕਦੇ ਨੇ, 2 ਕਾਨੂੰਨ ਰੱਦ ਹੋ ਸਕਦੇ ਨੇ, 1 ਕਾਨੂੰਨ ਰੱਦ ਹੋ ਸਕਦਾ ਹੈ। ਸਾਡੇ ਕੋਲ ਕੋਈ ਪ੍ਰਪੋਜ਼ਲ ਨਹੀਂ ਆਈ, ਇਹ ਗੱਲ ਕਿੱਧਰੋਂ ਆ ਰਹੀ ਹੈ? ਤਾਂ ਇਹਦੀ ਜਦੋਂ ਬਰੀਕੀ ਨਾਲ ਤੁਸੀਂ ਵੇਖੋਗੇ ਤਾਂ ਇਹਦੇ ਵਿੱਚ ਇੱਕ ਸਾਜ਼ਿਸ਼ ਨਜ਼ਰ ਆਉਂਦੀ ਹੈ। ਮੈਂ ਅੱਗੇ ਵੀ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈ, ਉਹਨੂੰ ਹੁਣ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ, ਉਹ ਬੀਜੇਪੀ ਦਾ ਹੀ ਇੱਕ ਹਿੱਸਾ ਹੈ। ਔਰ ਇਸ ਛੜਯੰਤਰ ਦੇ ਤਹਿਤ ਕਿ ਬਈ ਦੀਵਾਲੀ ਦੇ ਨੇੜੇ ਤੇੜੇ ਤਾਂ ਜਾ ਕੇ ਮਸਲੇ ਨੇ ਹੱਲ ਹੋ ਹੀ ਜਾਣਾ ਹੈ। ਉਹਨਾਂ ਨੂੰ ਪਤਾ ਸੀ ਉਸ ਗੱਲ ਦਾ ਕਿ ਲੋਕ ਅੱਜ ਝੋਨਾ ਵੱਢਣ ਗਏ ਹੈ, ਫਿਰ ਲੋਕਾਂ ਨੇ ਕਣਕ ਵੀ ਬੀਜਣੀ ਹੈ। ਇਹ ਪ੍ਰਚਾਰ ਛੱਡ ਦਿਓ ਕਿ ਦੀਵਾਲੀ ਦੇ ਨੇੜੇ ਤੇੜੇ ਜਿੱਤ ਹੋ ਜਾਣੀ ਹੈ, ਮਸਲਾ ਹੱਲ ਹੋ ਜਾਣਾ, ਮਸਲਾ ਫਤਿਹ ਹੋ ਜਾਣਾ, ਕਿਸਾਨ ਜਿੱਤ ਕੇ ਘਰ ਨੂੰ ਜਾਣਗੇ। ਇਸ ਪ੍ਰਚਾਰ ਨੇ ਕਿਸਾਨਾਂ ਨੂੰ ਅਵੇਸਲੇ ਕਰਤਾ ਕਿ ਲਓ ਜੀ ਹੁਣ ਤਾਂ ਮਤਲਬ ਜਿੱਤੇ ਖੜੇ, ਹੁਣ ਦਿੱਲੀ ਵਾਪਸ ਜਾਣ ਦੀ ਕੋਈ ਲੋੜ ਨਹੀਂ। ਯਾਨੀ ਕਿ ਹੁਣੇ ਵੀ ਸ਼ੁਰੂ ਹੋ ਗਏ ਵੀ ਹੋ ਜੂ ਜੀ ਦੀਵਾਲੀ ਨੂੰ ਮਸਲਾ ਹੱਲ। ਹਾਂ, ਤੋ ਉਸ ਗੱਲ ਦੀ ਜਿਹੜੀ ਉਹ ਕਮਜ਼ੋਰੀ ਸੀ, ਉਹ ਬੀਜੇਪੀ ਉਹੀ ਚਾਹੁੰਦੀ ਸੀ। ਔਰ ਇਹ ਕਮਜ਼ੋਰੀ ਲਿਆਉਣ ਵਾਸਤੇ, ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਇੱਕ ਬੀਜੇਪੀ ਦਾ ਜਾਂ ਬੀਜੇਪੀ ਦੇ ਇਹ ਕਹਿ ਲਈਏ ਹਿੱਸਿਆਂ, ਜਿਹਨੂੰ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਤੌਰ ਤੇ ਵੀ ਕਹਿ ਸਕਦੇ ਹਾਂ,
ਇਹਨਾਂ ਦੀ ਇੱਕ ਸਾਜ਼ਿਸ਼ ਸੀ, ਇਹਨਾਂ ਦੀ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਕਮਜ਼ੋਰ ਕੀਤਾ ਜਾ ਸਕੇ। ਵੈਸੇ ਪ੍ਰਧਾਨ ਜੀ ਸੰਯੁਕਤ ਕਿਸਾਨ ਮੋਰਚੇ ਕੋਲ ਕੋਈ ਵੀ ਗੱਲਬਾਤ ਨਹੀਂ ਆਈ, ਕੋਈ ਸੈਕਟਰੀ ਨੇ ਕੋਈ ਪ੍ਰਪੋਜ਼ਲ ਤੁਹਾਡੇ ਕੋਲ ਆਇਆ ਹੋਵੇ, ਕਿਸੇ ਤਰ੍ਹਾਂ ਦੀ ਗੱਲਬਾਤ? ਮੈਂ ਗੱਲ ਕਹਿ ਰਿਹਾ ਨਾ ਜੀ, ਹਜੇ ਤੱਕ ਕੋਈ ਪ੍ਰਪੋਜ਼ਲ ਨਹੀਂ ਆਇਆ ਸਾਡੇ ਕੋਲੇ। ਜਦੋਂ ਸਾਡੇ ਕੋਲੇ ਪ੍ਰਪੋਜ਼ਲ ਆਏਗਾ ਅਸੀਂ ਬੜੀ ਕਲੀਅਰ ਕੱਟ ਮੀਟਿੰਗ ਹੋਏਗੀ, ਮੀਟਿੰਗ ਦੇ ਵਿੱਚ ਲੋਕਾਂ ਦੇ ਸਾਹਮਣੇ ਗੱਲ ਆਏਗੀ ਕਿ ਪ੍ਰਪੋਜ਼ਲ ਆਈ ਹੈ, ਕੀ ਆਈ ਪ੍ਰਪੋਜ਼ਲ, ਔਰ ਉਹਦੇ ਤੇ ਕੀ ਅਸੀਂ ਸਹਿਮਤ ਹਾਂ ਜਾਂ ਅਸਹਿਮਤ ਹਾਂ। ਜੇ ਸਾਡੀ ਸਹਿਮਤ ਆ ਤੇ ਲੋਕਾਂ ਦੇ ਸਾਹਮਣੇ ਤਾਂ ਵੀ ਆਏਗੀ ਗੱਲ, ਜੇ ਅਸਹਿਮਤ ਆ ਤੇ ਲੋਕਾਂ ਦੇ ਸਾਹਮਣੇ ਤਾਂ ਵੀ ਆਏਗੀ। ਵੈਸੇ ਗੱਲਬਾਤ ਇੱਕ ਸਾਹਮਣੇ ਆ ਰਹੀ ਸੀ ਕਿ ਜੋ ਖੇਤੀਬਾੜੀ ਮਹਿਕਮੇ ਦੇ ਸੈਕਟਰੀ ਨੇ ਜਾਂ ਹੋਰ ਨੇ ਉਹ ਟੱਚ ਨੇ ਲੀਡਰਾਂ ਨਾਲ, ਸੰਯੁਕਤ ਕਿਸਾਨ ਮੋਰਚੇ ਨਾਲ ਟੱਚ ਨੇ, ਵੀ ਕਿਤੇ ਨਾ ਕਿਤੇ ਉਹ ਗੱਲਬਾਤ ਸਰਕਾਰ ਦੀ ਉਹਨਾਂ ਨੂੰ ਦੱਸਦੇ ਨੇ, ਉਹਨਾਂ ਦੀ ਗੱਲ ਸਰਕਾਰ ਕੋਲ ਲੈ ਕੇ ਜਾ ਰਹੇ ਨੇ। ਕੋਈ ਐਵੇਂ ਦੀ ਗੱਲਬਾਤ ਹੈ? ਨਹੀਂ ਦੇਖੋ, ਜਿਹੜੀ ਮੈਂ ਕਹੂੰਗਾ ਗੱਲ, ਮੇਰੇ ਨਾਲ ਕੋਈ ਆਪਣੀ ਨਹੀਂ ਗੱਲ ਇਹ ਜੀ, ਮੇਰੇ ਨਾਲ ਕੋਈ ਸੰਪਰਕ 'ਚ ਨਹੀਂਗਾ, ਨਾ ਤੇ ਸੈਕਟਰੀ ਐਗਰੀਕਲਚਰ ਨਾਲ ਕਦੇ, ਈਵਨ ਕਿ ਮੈਂ ਤਾਂ ਇਹ ਕਹੂੰਗਾ ਕਿ ਕਿਸੇ ਐਸਪੀ ਡੀਐਸਪੀ ਨਾਲ ਵੀ ਮੇਰੀ ਕਦੇ ਗੱਲ ਨਹੀਂ ਹੋਈ। ਹੋਰ ਤਾਂ ਗੱਲ ਛੱਡ ਦਿਓ ਤੁਸੀਂ। ਔਰ ਮੈਂ ਉਹ 9 ਮੈਂਬਰ ਕਮੇਟੀ 'ਚ ਹਾਂ, ਜੋ ਸਾਡੇ ਤੋਂ 9 ਮੈਂਬਰ ਕਮੇਟੀ 'ਚ ਫਿਰ ਵੀ ਜੇ ਕਿਸੇ ਕੋਲ ਗੱਲ ਆਉਂਦੀ ਹੋਏਗੀ ਤੇ ਪਰਸੋਂ ਸਾਡੀ ਮੀਟਿੰਗ ਹੈ, ਮੀਟਿੰਗ ਸਾਹਮਣੇ ਆ ਜੂ ਗੱਲ। ਬਿਲਕੁਲ। ਵੈਸੇ ਕਿਸਾਨੀ ਦੇ ਹਾਲਾਤ ਕਿਵੇਂ ਦੇਖਦੇ ਹੋ ਤੁਸੀਂ? ਡੀਏਪੀ ਦੀ ਘਾਟ ਆ ਰਹੀ ਆ, ਕਿਤੇ ਨਾ ਕਿਤੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਧਰਨੇ ਪ੍ਰਦਰਸ਼ਨ ਲੱਗ ਰਹੇ ਨੇ। ਤੇ ਇੱਕ ਤੁਹਾਨੂੰ ਹੋਰ ਜਾਣਕਾਰੀ ਦਿੰਨੇ ਵੀ ਅੱਜ ਤੁਸੀਂ ਜ਼ਿਲ੍ਹਾ ਸੰਗਰੂਰ 'ਚ ਪਹੁੰਚੇ ਹੋ, ਜੋ ਭਵਾਨੀਗੜ੍ਹ ਬਲਾਕ ਦੀਆਂ ਮੰਡੀਆਂ ਨੇ ਜਾਂ ਸੰਗਰੂਰ ਦੀਆਂ ਮੰਡੀਆਂ ਨੇ, ਉੱਥੇ ਇੱਕ ਕਮੇਟੀ ਆਈ ਆ ਜੋ FCI ਦੀ ਕਮੇਟੀ ਦੱਸੀ ਜਾ ਰਹੀ ਆ। ਉਹਨਾਂ ਨੇ ਜਿਹੜੀ ਜੋ ਵੀ ਉੱਥੇ ਲਿਫਟਿੰਗ ਹੋ ਰਹੀ ਆ ਉਹ ਬੰਦ ਕਰਵਾਤੀ ਸਾਰੀ। ਉਹ ਦੇਖ ਰਹੇ ਨੇ ਕਿ ਕਿੰਨਾ ਖੁੱਲਾ ਮਾਲ ਮੰਡੀਆਂ 'ਚ ਪਿਆ, ਕਿੰਨਾ ਭਰਿਆ ਪਿਆ, ਤੇ ਉਹਨਾਂ ਨੇ ਪੂਰਾ ਮੁਆਇਨਾ ਕਰਨਾ ਕਿ ਦੇਖਦੇ ਹਾਂ ਜੀ ਅਸੀਂ। ਇੱਕ ਗੱਲ ਹੋਰ ਪ੍ਰਧਾਨ ਜੀ ਸਾਹਮਣੇ ਆ ਰਹੀ ਹੈ ਕਿ 10 ਨਵੰਬਰ ਤੋਂ ਸਰਕਾਰੀ ਖਰੀਦ ਬੰਦ ਹੋ ਜਾਏਗੀ, ਜਦ ਕਿ ਬਾਰਿਸ਼ ਹੋਣ ਕਾਰਨ ਵੱਡਾ ਕਿਸਾਨ ਐਤਕੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਲੇਟ ਹੋਈ ਆ ਫਸਲ, ਜਾਣੀ ਕਿ ਹਜੇ ਵੀ 30% ਫਸਲ ਖੜੀ ਆ। ਕੀ ਲੱਗਦਾ ਸਰਕਾਰ ਦੀ ਨੀਅਤ 'ਚ ਇਸ ਵਿਸ਼ੇ ਦੀ? ਦੇਖੋ, ਇੱਕ ਅਸੀਂ ਅੱਗੇ ਵੀ ਪਹਿਲਾਂ ਮੈਂ ਤਾਂ ਬਹੁਤ ਵਾਰੀ ਗੱਲ ਇਹ ਕਹੀ ਹੈ ਕਿ ਸਰਕਾਰ ਚੱਲੀ ਹੋਈ ਹੈ ਗੈਟ ਸਮਝੌਤੇ ਨੂੰ ਲਾਗੂ ਕਰ ਰਹੀ ਹੈ ਆਹਿਸਤਾ। ਇਹ ਉਹਦੇ ਹਿੱਸੇ ਨੇ। ਗੈਟ ਦੇ ਵਿੱਚ ਇੱਕ ਗੱਲ ਸਪਸ਼ਟ ਲਿਖੀ ਹੈ ਕਿ 2004 ਤੋਂ ਬਾਅਦ ਭਾਰਤ ਨੂੰ ਜਿੰਨਾ ਖਾਦਿਆ ਪਦਾਰਥ ਭਾਰਤ ਯੂਜ਼ ਕਰਦਾ ਹੈ, ਉਹ ਜਿੰਨਾ ਕੰਜ਼ਿਊਮ ਕਰਦਾ ਹੈ ਉਹਦਾ ਇੱਕ ਲਗਭਗ 8.5% ਬਾਹਰਲੇ ਕੰਟਰੀਜ਼ ਤੋਂ ਮੰਗਵਾਉਣਾ ਪਏਗਾ, ਔਰ ਹਰ ਵਾਰੀ 0.8% ਉਹਦੇ ਵਿੱਚ ਨਾਲ ਵਾਧਾ ਹੁੰਦਾ ਜਾਏਗਾ। ਹੁਣ ਉਹਨੇ ਆਉਣਾ ਬਾਹਰਲੇ ਨੇ, ਉਹ ਤਾਂ ਹੀ ਅੱਗੇ ਇਹਦੇ ਵਿੱਚ ਸਮਾਊਗਾ ਜੇ ਕਿਸਾਨਾਂ ਨੂੰ ਮਤਲਬ ਬਾਹਰ ਕੱਢਣਗੇ। ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਆਈ ਸੀ ਗੱਲ ਕਿ ਅਸੀਂ ਜੀ 25 ਕੁਇੰਟਲ ਤੋਂ ਵੱਧ ਨਹੀਂ ਖਰੀਦਣਾ, ਉਹਦੇ ਖਾਤਰ ਵੀ ਮਤਲਬ ਲੋਕਾਂ ਨੂੰ ਪ੍ਰੋਟੈਸਟ ਕਰਨਾ ਪਿਆ। ਅਸੀਂ ਵੀ ਬਰਨਾਲੇ ਦੇ ਵਿੱਚ ਇਹ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਐਸਾ ਕਰੋਗੇ ਤਾਂ ਫਿਰ ਅਸੀਂ ਮਤਲਬ ਚੰਡੀਗੜ੍ਹ ਘੇਰਾਂਗੇ, ਸਾਡੀ ਮਜਬੂਰੀ ਬਣੇਗੀ। ਉਧਰਲੇ ਪਾਸੇ ਨੂੰ ਤਾਂ ਸਰਕਾਰ ਤੁਰੀ ਕਿ ਸਾਰਾ ਝੋਨਾ ਲੋਕਾਂ ਦਾ ਖਰੀਦਣ ਵਾਲੀ ਗੱਲ ਕਹਿਤੀ, ਲੇਕਿਨ ਅੱਜ ਬਹਾਨੇ ਬਣਾ ਕੇ ਕਿ ਜੀ ਇੰਨੀ ਤਰੀਕ ਨੂੰ ਖਰੀਦ ਬੰਦ ਕਰਦੇ ਆ। ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਪੰਜਾਬ ਗੌਰਮੈਂਟ ਨੂੰ ਅਸੀਂ ਵਾਰਨਿੰਗ ਦੇਵਾਂਗੇ ਕਿ ਕੋਈ ਐਸੀ ਗੱਲ ਨਾ ਕਰ ਬੈਠਣ ਜਿਹਦੇ ਨਾਲ ਪੰਜਾਬ ਦਾ ਮਾਹੌਲ ਵਿਗੜੇ, ਕਿਉਂਕਿ ਕਿਸਾਨਾਂ ਦਾ ਝੋਨਾ, ਕਿਸਾਨਾਂ ਦੀ ਫਸਲ ਵਿਕਾਉਣਾ ਸਾਡੀ ਜ਼ਿੰਮੇਵਾਰੀ ਹੈ, ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ। ਨਾਲ ਅਗਲੀ ਗੱਲ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਅਗਰ ਮੌਸਮ ਖਰਾਬ ਹੋਇਆ, ਮੌਸਮ ਖਰਾਬ ਕਰਕੇ ਫਸਲ ਦਾ ਰੰਗ ਡਿਸਕਲਰ ਹੋਇਆ ਜਾਂ ਫਸਲ ਲੇਟ ਹੋਈ ਹੈ ਜਾਂ ਫਸਲ ਦੇ ਵਿੱਚ ਨਮੀ ਜ਼ਿਆਦਾ ਆ ਰਹੀ ਹੈ, ਇਹ ਕਿਸਾਨ ਦਾ ਕੋਈ ਕਸੂਰ ਨਹੀਂ। ਔਰ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਦੀ ਬਾਂਹ ਫੜਨੀ ਬਣਦੀ ਹੈ ਸਰਕਾਰ ਦੀ, ਉਹ ਬਾਂਹ ਫੜੇ, ਕਿਸਾਨ ਦੀ ਮਦਦ ਕਰੇ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਕੋਈ ਕਮੇਟੀ ਫਿਰਦੀ ਹੈ, ਇਹਦਾ ਅਸੀਂ ਤੁਸੀਂ ਮੇਰੇ ਧਿਆਨ 'ਚ ਲੈਂਦੀ ਹੈ ਗੱਲ, ਅਸੀਂ ਪਤਾ ਕਰਵਾ ਲੈਂਦੇ ਹਾਂ। ਜੇ ਕੋਈ ਇਹੋ ਜਿਹੀ ਕਮੇਟੀ ਹੈ ਤਾਂ ਉਹਨੇ ਵੀ ਅਸੀਂ ਮਤਲਬ ਪੜਤਾਲ ਕਰਕੇ ਉਹਨੂੰ ਵੀ ਅਸੀਂ ਮਤਲਬ ਗੱਲ ਕਰਾਂਗੇ ਕਿ ਤੁਹਾਡਾ ਕੀ ਪਰਪਸ ਹੈ। ਯਾਨੀ ਕਿ ਝੋਨੇ ਦਾ ਦਾਣਾ ਤੁਸੀਂ ਬਕਿਆਵੋਗੇ, ਪੂਰੀ ਖਰੀਦਦਾਰੀ ਸਰਕਾਰ ਨੂੰ ਕਰਨੀ ਪੈਣੀ ਆ 100%। ਚਾਹੇ ਸਾਨੂੰ ਕਿੱਡਾ ਵੀ ਅੰਦੋਲਨ ਕਰਨਾ ਪਵੇ, ਅਸੀਂ ਲੜਾਂਗੇ, ਦਾਣਾ ਬਕਾਵਾਂਗੇ ਲੋਕਾਂ ਦਾ। ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ। ਲੋਕਾਂ ਨੇ ਸਾਡੇ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ, ਔਰ ਜੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਕਿਉਂ ਨਹੀਂ ਅਸੀਂ ਮਤਲਬ ਕਰਾਂਗੇ। ਡੱਲੇਵਾਲ ਸਾਹਿਬ, ਗੁਲਾਬੀ ਸੁੰਡੀ ਦਾ ਹਮਲਾ ਹੋਇਆ, ਉੱਥੇ 1 ਏਕੜ ਦਾ 12,000 ਅਨਾਉਂਸ ਕੀਤਾ, ਜਦ ਕਿ ਸਾਹਮਣੇ ਗੱਲ ਇਹ ਆ ਰਹੀ ਹੈ ਵੀ 23,000 ਰੁਪਏ ਤੋਂ ਉੱਤੇ ਖਰਚਾ ਹੋਇਆ ਏਕੜ ਤੇ। ਕਿਵੇਂ ਦੇਖਦੇ ਹੋ ਜੋ ਬੋਨਸ ਦਾ ਐਲਾਨ ਕੀਤਾ ਗਿਆ? ਦੇਖੋ, ਮੈਂ ਇਹ ਬੇਨਤੀ ਕਰਾਂ, ਅੱਜ ਤੱਕ ਕਦੇ ਵੀ ਕਿਸਾਨ ਨੂੰ ਕਿਸੇ ਵੀ ਸਰਕਾਰ ਨੇ ਆਪਣੇ ਏਜੰਡੇ ਤੇ ਨਹੀਂ ਰੱਖਿਆ। ਕਿਸਾਨ ਵਿਚਾਰਾ ਮਤਲਬ ਹਾਸ਼ੀਏ ਤੇ ਰਿਹਾ ਹੈ ਹਰ ਵਾਰੀ। ਕਿਸਾਨ ਦਾ ਨੁਕਸਾਨ 50-50 ਹਜ਼ਾਰ ਦਾ ਹੋਇਆ, 23,000 ਤੇ ਬਹੁਤ ਥੋੜ੍ਹਾ ਹੈ। ਕਿਸਾਨ ਦਾ ਲੋਸ 50-50 ਹਜ਼ਾਰ ਦਾ ਹੋਇਆ, ਔਰ 50-50 ਹਜ਼ਾਰ ਦਾ ਲੋਸ ਹੋਣ ਤੇ ਕਿਸਾਨ ਨੂੰ 8,000 ਰੁਪਈਆ ਬੋਨਸ ਆਪਣਾ ਮੁਆਵਜ਼ੇ ਦੇ ਤੌਰ ਤੇ ਮਿਲਿਆ। ਇਹ ਕੁਛ ਨਹੀਂ ਮਿਲਿਆ, ਇਹ ਤਾਂ ਇੱਕ ਅੱਖਾਂ ਪੂੰਝਣ ਵਾਲੀ। ਅਗਲੀ ਗੱਲ ਇੱਕ ਹੋਰ ਦੇ ਵਿੱਚ ਕਿੱਡੀ ਵੱਡੀ ਮਤਲਬ ਚਾਲ ਖੇਡੀ ਜਾ ਰਹੀ ਹੈ ਕਿ ਜੀ ਜਿਹੜਾ 25% ਤੋਂ ਘੱਟ ਲੋਸ ਹੈ ਉਹਨੂੰ ਦੇਵਾਂਗੇ ਨਹੀਂ। ਕਿਉਂ ਵੀ ਉਹਨੂੰ ਕਾਹਤੋਂ ਨਹੀਂ ਦਿਓਗੇ? ਨੁਕਸਾਨ ਤਾਂ ਉਹਦਾ ਵੀ ਹੋਇਆ ਨਾ, ਉਹਨੂੰ ਵੀ ਦੇਣਾ ਬਣਦਾ ਹੈ। ਤੋ ਅਸੀਂ ਤਾਂ ਇੱਥੋਂ ਤੱਕ ਕਹਿ ਰਹੇ ਹਾਂ ਕਿ ਏਕੜ ਨੂੰ ਇਕਾਈ ਮੰਨਣ,
ਔਰ ਹਰ ਕਿਸਾਨ ਨੂੰ ਚਾਹੇ ਉਹਦਾ 25% ਨੁਕਸਾਨ ਹੈ, ਚਾਹੇ ਉਹਦਾ 5% ਨੁਕਸਾਨ ਹੈ, ਚਾਹੇ ਉਹਦਾ 100% ਨੁਕਸਾਨ ਹੈ, ਸਾਰਿਆਂ ਨੂੰ ਉਹਦੇ ਨੁਕਸਾਨ ਮੁਤਾਬਕ ਮਿਲਣਾ ਚਾਹੀਦਾ। ਔਰ ਇਕੱਲਾ ਇਹ 12 ਜਾਂ 15 ਹਜ਼ਾਰ ਨਾਲ ਨਹੀਂ ਸਰਨਾ, ਇਹ ਕਿਸਾਨ ਨੂੰ ਘੱਟੋ ਘੱਟ 50,000 ਰੁਪਈਆ ਮਤਲਬ ਉਹਨੂੰ ਉਹਦਾ ਮੁਆਵਜ਼ੇ ਦੇ ਰੂਪ 'ਚ ਦੇਣ ਤਾਂ ਕਿ ਕਿਸਾਨ ਅੱਗੇ ਸਰਵਾਈਵ ਕਰ ਪਾਵੇ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਤੁਸੀਂ ਵੀ ਕੀਤੀ ਆ, ਅਸੀਂ ਵੀ ਕਰ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਬਣਾਈ ਅਤੇ ਪਹਿਲਾਂ ਕਹਿ ਰਹੇ ਸੀ ਕਿ ਕਿਤੇ ਨਾ ਕਿਤੇ ਖੇਤੀ ਮੰਤਰੀ ਬਣਾਊ ਜੀ ਬੀਜੇਪੀ ਸਰਕਾਰ, ਉਹਨਾਂ ਨੂੰ ਖੇਤੀ ਮੰਤਰੀ ਵੀ ਬਣਾ ਸਕਦੇ ਨੇ ਰਾਜ ਸਭਾ 'ਚ ਲੈ ਕੇ, ਤੇ ਉਸ ਤੋਂ ਬਾਅਦ ਵੀ ਕਾਨੂੰਨ ਰੱਦ ਕਰਵਾ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ। ਇਹ ਗੱਲ ਸਾਹਮਣੇ ਆ ਰਹੀ ਸੀ। ਕੀ ਲੱਗਦਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਤਾਲਮੇਲ ਤਾਂ ਨਹੀਂ ਹੋਇਆ ਹਜੇ ਤੱਕ, ਜਾਂ ਕੋਈ ਗੱਲਬਾਤ ਸਾਹਮਣੇ? ਦੇਖੋ, ਇਹ ਗੱਲਾਂ ਅਖਬਾਰਾਂ ਦੇ ਵਿੱਚ ਖਬਰਾਂ ਇਹ ਵੀ ਛਪੀਆਂ ਕਿ 13 ਜਥੇਬੰਦੀਆਂ ਦੇ ਨਾਲ ਕੈਪਟਨ ਕਹਿੰਦਾ ਮੇਰਾ ਤਾਲਮੇਲ ਹੈ। ਔਰ ਮੈਂ ਤੁਹਾਨੂੰ ਸਟੇਜ ਤੋਂ ਵੀ ਕਿਹਾ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਅੱਗੇ ਵੀ ਕਿਹਾ ਕਿ ਪਹਿਲੀ ਤਾਂ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਉਹ 13 ਜਥੇਬੰਦੀਆਂ ਦੇ ਨਾਂ ਜਨਤਕ ਕਰਨੇ ਚਾਹੀਦੇ ਹੈ। ਪਤਾ ਤਾਂ ਲੱਗੇ ਸਾਨੂੰ ਵੀ ਸਾਡੇ 'ਚੋਂ ਕੌਣ ਆ ਜਿਹੜਾ ਜਾ ਕੇ ਮਤਲਬ ਉਹਦੇ ਨਾਲ ਤਾਲਮੇਲ ਕਰ ਰਿਹਾ, ਕਿਉਂਕਿ ਅਸੀਂ ਮੰਨ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੀ ਬੀ ਟੀਮ ਹੈ, ਉਹਦੇ ਨਾਲ ਕੋਈ ਤਾਲਮੇਲ ਦੀ ਮਤਲਬ ਤੁਕ ਨਹੀਂ ਬਣਦੀ, ਕੋਈ ਮਤਲਬ ਨਹੀਂ ਬਣਦਾ। ਜਿਹੜੀ ਜੇ ਆਪਾਂ ਗੱਲ ਕਰੀਏ ਕਿ ਉਹ ਕਾਨੂੰਨ ਰੱਦ ਕਰਵਾ ਸਕਦਾ ਹੈ ਜਾਂ ਕੀ ਕਰ ਸਕਦਾ ਹੈ, ਉਹ ਜੇਕਰ ਉਹ ਰੱਦ ਕਰਵਾ ਸਕਦਾ ਤੇ ਕਰਵਾਵੇ, ਸਾਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ। ਜੇ ਉਹ ਰੱਦ ਕਰਵਾ ਸਕਦਾ ਤਾਂ ਰੱਦ ਕਰਵਾਵੇ। ਲੋਕ ਮਤਲਬ ਧੰਨਵਾਦ ਕਰਨਗੇ, ਸਰਕਾਰ ਦਾ ਧੰਨਵਾਦ ਕਰਨਗੇ, ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨਗੇ। ਲੇਕਿਨ ਸਾਲ ਭਰ ਹੋ ਗਿਆ ਲੋਕਾਂ ਨੂੰ ਸੜਕਾਂ ਤੇ ਬੈਠਿਆਂ ਨੂੰ, ਸਾਡਾ 700 ਕਿਸਾਨ ਸ਼ਹੀਦ ਹੋ ਗਿਆ ਔਰ ਐਡਾ ਵੱਡਾ ਨੁਕਸਾਨ ਝੱਲਣ ਤੋਂ ਬਾਅਦ ਅਗਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਇਹ ਜਾਗ ਖੁੱਲ੍ਹਦੀ ਹੈ ਤਾਂ ਮੈਂ ਸਮਝੂੰਗਾ ਕਿ ਸਾਡੇ ਜਿਹੜੇ ਇੰਨੇ ਕਿਸਾਨ ਸ਼ਹੀਦ ਹੋਏ ਨੇ ਇਹਨਾਂ ਦੇ ਵਿੱਚ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਵੀ ਹੈ। ਠੀਕ ਹੈ, ਵੈਸੇ ਕਿਵੇਂ ਦੇਖਦੇ ਹੋ? ਲੰਮਾ ਸਮਾਂ ਹੋ ਗਿਆ, ਚੱਲ ਵੀ ਰਿਹਾ, ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਨੇ, ਰਿਜ਼ਲਟ ਕਿਵੇਂ? ਜਿਵੇਂ ਪ੍ਰਪੋਜ਼ਲ ਸਰਕਾਰ ਕੇਂਦਰ ਕਹਿ ਰਹੀ ਆ ਕਿ ਪ੍ਰਪੋਜ਼ਲ ਤਿਆਰ ਕਰ ਰਹੇ ਹਾਂ ਅਸੀਂ, ਚਲੋ ਗੱਲਬਾਤ ਜਿਵੇਂ ਸਾਹਮਣੇ ਆਈ, ਕਿਸ ਤਰ੍ਹਾਂ ਦੇ ਪ੍ਰਪੋਜ਼ਲ ਨੂੰ ਐਕਸੈਪਟ ਕੀਤਾ ਜਾਊਗਾ? ਕਿਉਂਕਿ ਕਿਸਾਨ ਜਥੇਬੰਦੀਆਂ ਤਾਂ ਇਹੀ ਕਹਿ ਰਹੀਆਂ ਸੀ ਕਿ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ, ਜਿਵੇਂ 2 ਦੀ ਗੱਲ ਸਾਹਮਣੇ ਆ ਰਹੀ ਸੀ, 2 ਕਾਨੂੰਨਾਂ ਨੂੰ ਰੱਦ ਕਰ ਰਹੇ ਨੇ ਜਾਂ 1 ਨੂੰ ਕਰ ਰਹੇ ਨੇ। ਕਿਵੇਂ ਦੀ ਹੋਊ ਗੱਲਬਾਤ ਜੇ ਪ੍ਰਪੋਜ਼ਲ ਕਿਸੇ ਤਰ੍ਹਾਂ ਦਾ ਤਿਆਰ ਕਰਦੀ ਆ ਕੇਂਦਰ ਸਰਕਾਰ? ਦੇਖੋ, ਇਹ ਤਾਂ ਉਹਨਾਂ ਦੀ ਅੰਦਰਲੀ ਗੱਲ ਹੈ ਕਿ ਪ੍ਰਪੋਜ਼ਲ 'ਚ ਕੀ ਦੇਣਾ ਉਹਨਾਂ ਨੇ, ਲੇਕਿਨ ਇਹ ਬੜੀ ਕਲੀਅਰ ਕੱਟ ਹੈ। ਮੈਂ ਆਪਦੀ ਜਥੇਬੰਦੀ ਵੱਲੋਂ ਇਹ ਕਹਿ ਸਕਦਾ ਹਾਂ ਕਿ ਤਿੰਨੇ ਕਾਨੂੰਨ ਰੱਦ ਕਰਾਉਣੇ ਔਰ MSP ਦੀ ਗਰੰਟੀ ਦਾ ਕਾਨੂੰਨ ਲੈਣਾ, ਅਸੀਂ ਇਹਦੇ ਤੇ ਲੜਾਈ ਲੜ ਰਹੇ ਹਾਂ ਔਰ ਇਹਦੇ ਤੋਂ ਬਗੈਰ ਅਸੀਂ ਕਿਸੇ ਕੀਮਤ ਦੇ ਉੱਤੇ ਪਿੱਛੇ ਮੁੜ ਵੀ ਨਹੀਂ ਸਕਦੇ, ਕਿਉਂਕਿ ਇੱਕ ਕਾਨੂੰਨ ਜੇਕਰ ਰੱਦ ਵੀ ਕਰ ਦੇਣਗੇ ਤਾਂ ਦੂਸਰਾ ਕਾਨੂੰਨ ਜਦੋਂ ਸ਼ੁਰੂ ਹੋਣਾ ਹੈ ਨਾ ਜੀ, ਕਹਾਣੀ ਉਹਨੇ ਵੀ ਉਹੀ ਰਚਣੀ ਹੈ, ਵਿੰਗੇ ਟੇਢੇ ਢੰਗ ਦੇ ਨਾਲ ਜ਼ਮੀਨ ਉਹਨੇ ਵੀ ਲੈਣੀ ਹੈ ਲੋਕਾਂ ਤੋਂ। ਸੋ ਇਸ ਕਰਕੇ ਤਿੰਨੇ ਕਾਨੂੰਨ ਰੱਦ ਕਰਾਉਣ ਦੇ ਲਈ। ਦੂਸਰੀ ਜਿਹੜੀ ਗੱਲ ਹੈ MSP ਦੀ, ਹੁਣ ਇਕੱਲਾ ਝੋਨਾ ਤੇ ਕਣਕ ਹੈ, 2 ਹੀ ਫਸਲਾਂ ਜਿਹੜੀਆਂ MSP ਤੇ ਵਿਕਦੀਆਂ, ਬਾਕੀ ਫਸਲਾਂ ਤਾਂ MSP ਤੇ ਵਿਕਦੀਆਂ ਹੀ ਨਹੀਂ। 23 ਫਸਲਾਂ ਤੇ ਸਰਕਾਰ MSP ਦਿੰਦੀ ਹੈ। ਸਾਡੀ ਮੰਗ ਆ ਕਿ ਸਾਰੀਆਂ ਦੀਆਂ ਸਾਰੀਆਂ ਫਸਲਾਂ, ਟੋਟਲ ਫਸਲ MSP ਦੇ ਉੱਤੇ ਵਿਕੇ ਔਰ ਉਹਦੀ ਜਿਹੜੀ MSP ਤੈਅ ਹੁੰਦੀ ਹੈ ਉਹਨੂੰ ਖਰੀਦਣ ਦੀ ਸਰਕਾਰ ਗਰੰਟੀ ਲਵੇ, ਜ਼ਿੰਮੇਵਾਰੀ ਲਵੇ ਔਰ ਉਹ 'ਤੇ ਕਾਨੂੰਨ ਬਣੇ ਕਿ ਉਦੋਂ ਘੱਟ ਕੋਈ ਖਰੀਦਦਾ, ਅੱਜ ਘੱਟ ਵਿਕਦਾ ਹੈ ਤਾਂ ਸਰਕਾਰ ਉਹਦੀ ਭਰਪਾਈ ਕਿਸ ਤਰ੍ਹਾਂ ਕਰਦੀ ਹੈ ਜਾਂ ਕਰਵਾਉਂਦੀ ਹੈ। ਇਹ ਮੰਗ ਆ ਸਾਡੀ। ਔਰ ਇਹਦੇ ਤੋਂ ਅਗਲੇ ਪਾਸੇ ਜੇਕਰ ਵੇਖੀਏ ਕਿ ਬਾਹਰਲੀਆਂ ਸਟੇਟਾਂ ਜਿਹੜੀਆਂ, ਉਹਨਾਂ ਨੂੰ ਕਾਨੂੰਨਾਂ ਬਾਰੇ ਕੋਈ ਪਤਾ ਨਹੀਂ ਹੈ, ਉਹ ਤਾਂ ਸਾਡੇ ਅੰਦੋਲਨ ਦੇ ਵਿੱਚ ਹਿੱਸੇਦਾਰ ਹੀ MSP ਨੂੰ ਲੈ ਕੇ ਹੈ। ਤਾਂ ਇਸ ਵੇਲੇ ਜੇਕਰ ਸਾਰਾ ਦੇਸ਼ ਪੰਜਾਬ ਦਾ, ਪੰਜਾਬੀਆਂ ਦਾ ਰਿਣੀ ਹੋਇਆ ਬੈਠਾ ਹੈ, ਪੰਜਾਬ ਨੂੰ ਸਲਾਮ ਕਰਦਾ, ਪੰਜਾਬ ਨੂੰ ਸਲੂਟ ਕਰਦਾ ਹੈ, ਤਾਂ ਇਸ ਅੰਦੋਲਨ ਖੜਾ ਕਰਨ ਕਰਕੇ ਬੰਦ ਕਰਦਾ ਹੈ। ਤੇ ਅੱਜ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਅੰਦੋਲਨ ਦੇ ਵਿੱਚ ਸਾਡੀ ਧਿਰ ਬਣ ਕੇ ਖੜੇ ਨੇ, ਸਾਡੀ ਬਾਹ ਸੱਜੀ ਤੇ ਖੱਬੀ ਬਣ ਕੇ ਖੜੇ ਹੈ, ਅੱਜ ਉਹਨਾਂ ਦਾ ਇਹ MSP ਦੀ ਗਰੰਟੀ ਮਿਲੇ ਬਿਨਾ ਜੇਕਰ ਕੋਈ ਫੈਸਲਾ ਹੋਵੇ ਤਾਂ ਮੈਂ ਕਹੂੰਗਾ ਇਹ ਸਾਡੇ ਵਾਸਤੇ ਮਤਲਬ ਠੀਕ ਨਹੀਂ ਹੋਏਗੀ। ਉਹਨਾਂ ਦੀ ਜਿਹੜੀ MSP ਦੀ ਗਰੰਟੀ ਵੀ ਮਿਲਣੀ ਜ਼ਰੂਰੀ ਹੈ ਔਰ ਤਿੰਨੇ ਕਾਨੂੰਨ ਰੱਦ ਹੋਣੇ ਵੀ ਜ਼ਰੂਰੀ ਹੈ। ਬਿਲਕੁਲ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਅਸੀਂ ਇੱਕ ਵਿਧਾਨ ਸਭਾ ਸੈਸ਼ਨ ਬੁਲਾਵਾਂਗੇ, ਉਹਦੇ ਵਿੱਚ ਖੇਤੀ ਕਾਨੂੰਨ ਜਿਵੇਂ ਦਾ ਵੀ ਉਹ ਪ੍ਰਪੋਜ਼ਲ ਤਿਆਰ ਕਰਾਂਗੇ। ਉਹਨਾਂ ਨੇ ਕਿਤੇ ਨਾ ਕਿਤੇ ਰਾਜੇਵਾਲ ਸਾਹਿਬ ਨਾਲ ਵੀ ਫੋਨ ਤੇ ਗੱਲ ਕੀਤੀ ਸੀ ਕਿ ਪ੍ਰਪੋਜ਼ਲ ਤੁਸੀਂ ਤਿਆਰ ਕਰੋ, ਪ੍ਰਵਾਨ ਅਸੀਂ ਵਿਧਾਨ ਸਭਾ 'ਚ ਕਰਵਾਵਾਂਗੇ। ਕਿਵੇਂ ਲੱਗਦਾ ਤੁਹਾਨੂੰ ਜੇ ਪੰਜਾਬ ਸਰਕਾਰ ਐਵੇਂ ਦਾ ਕਰਦੀ ਆ, ਕਿੰਨਾ ਕੁ ਮਤਲਬ ਉਹਦਾ ਫਾਇਦਾ ਹੋਣਾ? ਦੇਖੋ, ਮੈਂ ਇੱਕ ਗੱਲ ਇਹ ਕਰਦਾ ਹਾਂ, ਇਹ ਅਨਪੜ੍ਹਾਂ ਜਿਹਾ ਵਾਲੀ ਗੱਲ ਹੈ। ਕਾਨੂੰਨ ਨਹੀਂ ਪੜ੍ਹੇ ਕਿਸੇ ਨੇ, ਸੰਵਿਧਾਨ ਕਿਸੇ ਨੇ ਵੇਖਿਆ ਨਹੀਂ, ਸੰਵਿਧਾਨ ਕਿਸੇ ਨੇ ਪੜ੍ਹਿਆ ਨਹੀਂ, 68 ਇਹਨਾਂ ਗੱਲਾਂ ਹੋ ਰਹੀਆਂ। ਸੰਵਿਧਾਨ ਇਹ ਕਹਿੰਦਾ ਹੈ ਕਿ ਕੇਂਦਰ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ 'ਚ ਜੇ ਕਾਨੂੰਨ ਬਣ ਗਿਆ, ਉਹਨੂੰ ਰਾਜ ਦੀ ਕਿਸੇ ਵੀ ਵਿਧਾਨ ਸਭਾ ਨੂੰ ਉਹਨੂੰ ਰੱਦ ਕਰਨ ਦੀ ਪਾਵਰ ਨਹੀਂ। ਇਹ ਸੰਵਿਧਾਨ ਬੋਲਦਾ ਸਾਡਾ। ਤੇ ਇਹਦੇ ਤੇ ਜੇ ਰੱਦ ਕਰਨ ਦੀਆਂ ਗੱਲਾਂ ਕਰਨ ਵੀ ਸਾਨੂੰ ਦੱਸੋ ਜੀ ਕਿਵੇਂ ਰੱਦ ਕਰੀਏ ਅਸੀਂ, ਇਹ ਮੈਨੂੰ ਹਾਸੋਹੀਣੀ ਜੀ ਗੱਲ ਲੱਗਦੀ ਹੈ। ਹਾਂ, ਇੱਕ ਗੱਲ ਜ਼ਰੂਰ ਹੈਗੀ ਇਹਦੇ 'ਚ ਕਿ ਅੱਜ ਦੇਸ਼ ਦੇ ਵਿੱਚੋਂ 7-8 ਸਰਕਾਰਾਂ ਇਹੋ ਜਿਹੀਆਂ ਆ ਗਈਆਂ ਜਿਨ੍ਹਾਂ ਨੇ ਇਹਨਾਂ ਨੇ ਇਹ ਡਰਾਮਾ ਕਰ ਲਿਆ ਵੀ ਅਸੀਂ ਰੱਦ ਕਰਤਾ ਜੀ, ਅਸੀਂ ਰੱਦ ਕਰਤਾ।
ਅਸੀਂ ਉਹਨਾਂ ਨੂੰ ਇਹਨਾਂ ਨੂੰ ਸਾਡੇ ਮੁੱਖ ਮੰਤਰੀ ਜੀ ਨੂੰ ਸਾਡੀ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਹਦਾ ਤਰੀਕਾ ਹੈ ਉਹ ਸਾਡੇ ਅੰਦੋਲਨ ਨਾਲ ਨਾ ਜੋੜੋ। ਅਸੀਂ ਤਾਂ ਆਪਦੀ ਲੜਾਈ ਲੜ ਰਹੇ ਹਾਂ। ਸਰਕਾਰ ਆਪਦੇ ਜਿਹੜੇ ਰਾਜਾਂ ਦੇ ਵੱਧ ਅਧਿਕਾਰਾਂ ਦੇ ਉੱਤੇ ਹਮਲਾ ਹੋਇਆ ਹੈ, ਇਹ ਰਾਜ ਦਾ ਅਧਿਕਾਰ ਹੈ। ਮਾਰਕੀਟਿੰਗ ਔਰ ਐਗਰੀਕਲਚਰ ਦੋਨੇ ਚੀਜ਼ਾਂ ਇਹ ਰਾਜ ਦਾ ਅਧਿਕਾਰ ਹੈ। ਰਾਜ ਦੇ ਅਧਿਕਾਰ ਦੇ ਵਿੱਚ ਦਖਲਅੰਦਾਜ਼ੀ ਕਰਕੇ ਸੈਂਟਰ ਗੌਰਮੈਂਟ ਨੇ ਕਾਨੂੰਨ ਬਣਾਏ ਹੈ ਔਰ ਉਹਦੇ ਹਵਾਲੇ ਦੇ ਨਾਲ ਇਹ ਆਪਦਾ ਕੋਈ ਚਾਰਾਜੋਰੀ ਇਹਨਾਂ ਨੂੰ ਕਰਨੀ ਚਾਹੀਦੀ ਹੈ। ਸਾਰੇ ਰਾਜ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਤਾਂ ਕਿ ਸੰਵਿਧਾਨ ਵੀ ਬਚਾਇਆ ਜਾ ਸਕੇ ਤੇ ਰਾਜਾਂ ਦੇ ਅਧਿਕਾਰ ਵੀ ਬਚਾਏ ਜਾ ਸਕਣ। ਬਿਲਕੁਲ ਐਵੇਂ ਦਾ ਮੈਨੂੰ ਐਂ ਲੱਗਦਾ ਵੀ ਵਿਧਾਨ ਸਭਾ ਸੈਸ਼ਨ ਤਾਂ ਪਹਿਲਾਂ ਕੈਪਟਨ ਸਾਹਿਬ ਨੇ ਵੀ ਬੁਲਾਇਆ ਸੀ, ਜਦੋਂ ਕਿਤੇ ਨਾ ਕਿਤੇ ਉਹ ਮੁੱਖ ਮੰਤਰੀ ਸਨ। ਉਹਨਾਂ ਨੇ ਵੀ ਕਿਹਾ ਸੀ ਵੀ ਪੰਜਾਬ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਤੇ ਜੀ, ਇੱਥੇ ਲਾਗੂ ਨਹੀਂ ਹੋਣੇ ਦੇਣੇ। ਉਹੀ ਗੱਲ ਹੈ ਨਾ ਜੀ, ਉਹੀ ਗੱਲ ਹੁਣ ਉੱਥੇ ਤੱਕ ਤਾਂ ਰੱਦ ਨਹੀਂ ਹੋਣੇ, ਇੱਥੇ ਕਹਿ ਦਿੱਤਾ ਵੀ 25 ਕੁਇੰਟਲ ਤੋਂ ਵੱਧ ਝੋਨਾ ਨਹੀਂ ਖਰੀਦਣਾ। ਕਾਨੂੰਨ ਉਹੀ ਲਾਗੂ ਹੋ ਰਹੇ ਨੇ, ਵਿੰਗੇ ਟੇਢੇ ਢੰਗ ਨਾਲ ਬੈਕਡੋਰ ਤੋਂ ਲਾਗੂ ਹੋ ਰਹੇ ਨੇ। ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਨਿਰਾ ਘੱਟਾ ਪਾਉਣ ਤੋਂ ਸਿਵਾ ਹੋਰ ਕੁਝ ਨਹੀਂ ਸੀਗਾ, ਇਹੀ ਕੀਤਾ ਗਿਆ। ਬਿਲਕੁਲ। ਬਾਕੀ ਧਰਨੇ ਪ੍ਰਦਰਸ਼ਨ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੇ ਨੇ, ਦਿੱਲੀ 'ਚ ਪੂਰਾ ਡਟੇ ਹੋਏ ਨੇ ਕਿਸਾਨ। ਧਰਨੇ ਪ੍ਰਦਰਸ਼ਨ ਦਾ ਤਾਂ ਮਾਮਲਾ ਇਹ ਜਿਹਾ ਹੁੰਦਾ ਹੈ ਕਿ ਇਸ ਵੇਲੇ ਕਿਸਾਨਾਂ ਨੇ ਜਿਹੜੀ ਫਸਲ ਦੀ ਤੁਸੀਂ ਗੱਲ ਕਰਕੇ ਦੋ ਗੱਲਾਂ ਆਈਆਂ, ਫਸਲ ਸਾਂਭਣੀ ਸੀ, ਅਗਲੀ ਬੀਜਣੀ ਹੈ। ਅਗਲੀ ਬੀਜਣ ਵਾਸਤੇ ਸਰਕਾਰ ਦੀ ਇੱਕ ਸਾਜ਼ਿਸ਼ ਕਹੂੰਗਾ ਮੈਂ ਕਿ ਕਿਸਾਨ ਅੰਦੋਲਨ ਦੇ ਵਿੱਚ ਘਟ ਜਾਣ। ਇੱਥੇ DAP ਦੀ ਨਕਲੀ ਸ਼ਾਰਟੇਜ ਬਣਾ ਰੱਖੀ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਗਾਊਂ ਪ੍ਰਬੰਧ ਕਰਕੇ ਦੇਵੇ। ਅੱਜ ਵੀ ਤਾਂ DAP ਆ ਰਹੀ ਹੈ ਨਾ, ਇਹ 20 ਦਿਨ ਪਹਿਲਾਂ ਵੀ ਆ ਸਕਦੀ ਸੀ। ਤੋਂ ਲੋਕਾਂ ਨੂੰ ਅੰਦੋਲਨ ਤੋਂ ਦੂਰ ਰੱਖਣਾ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਹਿੱਸਾ ਹੈ, ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੁੰਦੀਆਂ ਕਿ ਕਿਸੇ ਵੀ ਕੀਮਤ ਦੇ ਉੱਤੇ ਕਿਸਾਨ ਇਹ ਅੰਦੋਲਨ ਜਿੱਤ ਨਾ ਜਾਣ। ਅਗਰ ਕਿਸਾਨ ਇਹ ਅੰਦੋਲਨ ਜਿੱਤਣਗੇ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਦਾ ਜਿਹੜਾ ਭਵਿੱਖ ਹੈ ਉਹ ਫਿਰ ਕਿਤੇ ਨਾ ਕਿਤੇ ਮਤਲਬ ਧੁੰਦਲਾ ਨਜ਼ਰ ਆਉਂਦਾ ਹੈ। ਸੋ ਇਸ ਗੱਲ ਦੇ ਵਿੱਚੋਂ ਉਹਨਾਂ ਨੂੰ ਆਪਦੇ ਭਵਿੱਖ ਨੂੰ ਠੀਕ ਰੱਖਣ ਵਾਸਤੇ ਉਹ ਇਹ ਸੋਚਦੇ ਵੀ ਅੰਦੋਲਨ ਹੀ ਹਾਰ ਜੇ ਤਾਂ ਚੰਗੀ ਗੱਲ ਹੈ, ਤਾਂ ਕਿ ਮਤਲਬ ਕਿਸਾਨ ਸਾਡੇ ਤੇ ਭਾਰੂ ਨਾ ਪੈਣ। ਬਿਲਕੁਲ ਜੀ। ਸੋ ਇਹ ਸਨ ਸਿੱਧੂਪੁਰ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੀ ਕੈਬਨਿਟ ਕਹਿ ਤਾਂ ਰਹੀ ਆ ਕਿ ਖੇਤੀ ਕਾਨੂੰਨ ਰੱਦ ਕਰ ਦਾਂਗੇ, ਪਰ ਜੋ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਤਿਆਰ ਕੀਤਾ ਜਾਂਦਾ, ਬਣਾਇਆ ਜਾਂਦਾ, ਉਹਨੂੰ ਸੂਬਾ ਸਰਕਾਰਾਂ ਨਹੀਂ ਕੁਝ ਕਰ ਸਕਦੀਆਂ। ਜੇ ਕਰਨਾ ਤਾਂ ਕਿਤੇ ਨਾ ਕਿਤੇ ਅਧਿਕਾਰਤ ਖੇਤਰ 'ਚ ਆ ਕੇ ਕੀਤਾ ਜਾਵੇ। ਅਤੇ ਉਹਨਾਂ ਕਿਹਾ ਕਿ ਜੋ ਕੋਝੀਆਂ ਚਾਲਾਂ ਨੇ ਕੇਂਦਰ ਸਰਕਾਰ ਦੀਆਂ, ਉਹਨਾਂ 'ਚ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਤੇ ਜੋ ਪੰਜਾਬ ਵਿੱਚ ਝੋਨੇ ਦੀ ਖਰੀਦਦਾਰੀ ਹੋ ਰਹੀ ਹੈ, ਇੱਕ ਇੱਕ ਦਾਣਾ ਸਰਕਾਰ ਨੂੰ ਖਰੀਦਣਾ ਹੋਵੇਗਾ, ਅਸੀਂ ਪੂਰਾ ਸਟੈਂਡ ਲਵਾਂਗੇ ਜੇ ਕਿਤੇ ਨਾ ਕਿਤੇ ਸਰਕਾਰ ਕੋਈ ਕੁਤਾਹੀ ਵਰਤੂਗੀ। ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।